ਲਿਓਨਾਰਡ ਕੈਸਲੇ ਨਾਮ ਦਾ ਇੱਕ ਵਿਅਕਤੀ ਜੋ ਲਗਭਗ ਆਪਣੀ ਅੱਧੀ ਜ਼ਿੰਦਗੀ ਇੱਕ ਆਮ ਇਨਸਾਨ ਦੀ ਤਰ੍ਹਾਂ ਹੀ ਬਤੀਤ ਕਰ ਚੁੱਕਾ ਸੀ। ਅਚਾਨਕ ਉਸ ਦੀ ਜ਼ਿੰਦਗੀ ਵਿੱਚ ਇੱਕ ਇਸ ਕਿਸਮ ਦਾ ਮੋੜ ਆਉਂਦਾ ਹੈ ਜੋ ਯਕਾਯਕ ਉਸ ਨੂੰ ਆਮ ਤੋਂ ਖਾਸ ਇਨਸਾਨ ਬਣਾ ਦਿੰਦਾ ਹੈ। ਜੀ ਹਾਂ, ਇਹ ਕਹਾਣੀ ਇੱਕ ਇਸ ਤਰ੍ਹਾਂ ਦੀ ਕਹਾਣੀ ਹੈ ਜੋ ਬੜੀ ਲਾਜਵਾਬ ਹੈ, ਬੜੀ ਖੂਬਸੂਰਤ ਹੈ ਤੇ ਆਪਣੇ ਆਪ ਦੇ ਵਿੱਚ ਬੜੀ ਅਲੱਗ ਕਹਾਣੀ ਹੈ। ਅਕਸਰ ਅਸੀਂ ਲੋਕਾਂ ਤੋਂ ਜਦੋਂ ਸੁਪਨਿਆਂ ਦੀ ਗੱਲਾਂ ਸੁਣਦੇ ਹਾਂ ਤਾਂ ਲੋਕ ਘਰ ਵਸਾਉਣ ਦੇ ਸੁਪਨੇ ਦੇਖਦੇ ਨੇ, ਘਰ ਵਸਾ ਵੀ ਲੈਂਦੇ ਨੇ। ਕੁਝ ਲੋਕ ਕਦੇ-ਕਦੇ ਕੋਈ ਸ਼ਹਿਰ ਵਸਾਉਣ ਦਾ ਸੁਪਨਾ ਦੇਖਦੇ ਨੇ, ਸ਼ਹਿਰ ਵੀ ਵਸਾ ਲਿਆ ਜਾਂਦਾ ਹੈ। ਪਰ ਕੀ ਇਹ ਕਮਾਲ ਦੀ ਗੱਲ ਨਹੀਂ ਹੈ ਕਿ ਕਿਸੇ ਵਿਅਕਤੀ ਨੇ ਇੱਕ ਦੇਸ਼ ਹੀ ਵਸਾ ਦਿੱਤਾ ਹੋਵੇ? ਉਹ ਦੇਸ਼ ਜੋ 75 ਸਕੁਆਇਰ ਕਿਲੋਮੀਟਰ ਦੇ ਵਿੱਚ ਫੈਲਿਆ ਹੈ, ਉਹ ਦੇਸ਼ ਜਿਸ ਵਿੱਚ ਸਿਰਫ 4-5 ਹੀ ਘਰ ਹੋਣ, ਉਹ ਦੇਸ਼ ਜਿਸ ਦੇ ਬਾਸ਼ਿੰਦਿਆਂ ਦੀ ਗਿਣਤੀ ਮਹਿਜ਼ 25-30 ਹੋਵੇ। ਜੀ ਹਾਂ, ਲਿਓਨਾਰਡ ਕੈਸਲੇ ਨੇ ਕੁਝ ਇਸੇ ਤਰ੍ਹਾਂ ਦਾ ਕੀਤਾ ਔਰ ਕੁਝ ਇਸੇ ਤਰ੍ਹਾਂ ਦੀ ਕੈਫੀਅਤ ਹੈ ਉਸ ਦੀ ਕਹਾਣੀ ਦੀ ਵੀ। ਆਓ ਤੁਹਾਡੇ ਨਾਲ ਅੱਜ ਸਾਂਝਿਆਂ ਕਰਦੇ ਹਾਂ ਪ੍ਰਿੰਸੀਪੈਲਿਟੀ ਆਫ ਹਟ ਰਿਵਰ ਦੀ ਇਹ ਬੜੀ ਹੀ ਅਨੋਖੀ ਦਾਸਤਾਨ। ਆਸਟ੍ਰੇਲੀਆ ਕੰਟੀਨੈਂਟ ਤੇ ਕੰਟਰੀ ਵਿੱਚ ਕੀ ਫਰਕ ਹੈ? ਕੀ ਤੁਸੀਂ ਕਦੇ ਸੁਣਿਆ? ਜੀ ਹਾਂ, ਆਪਣੇ ਆਪ ਦੇ ਵਿੱਚ ਇੱਕ ਅਜੀਬ ਦਾਸਤਾਨ ਸਮੇਟੇ ਹੈ ਇਹ ਕਿੱਸਾ ਪ੍ਰਿੰਸੀਪੈਲਿਟੀ ਆਫ ਹਟ ਰਿਵਰ, ਜਾਂ ਜਿਸ ਨੂੰ ਹਟ ਰਿਵਰ ਪ੍ਰੋਵਿੰਸ ਕਿਹਾ ਜਾਂਦਾ ਹੈ। 1970 ਦੇ ਵਿੱਚ ਇੱਕ ਲਿਓਨਾਰਡ ਕੈਸਲੇ ਨਾਮ ਦੇ ਵਿਅਕਤੀ ਨੇ ਆਪਣੇ ਹੀ ਇੱਕ ਦੇਸ਼ ਨੂੰ ਸਥਾਪਿਤ ਕਰ ਦਿੱਤਾ। ਜੀ ਹਾਂ, ਇੱਕ ਮਾਈਕਰੋਨੇਸ਼ਨ ਐਸਟੈਬਲਿਸ਼ ਹੋ ਗਿਆ। ਨੇਸ਼ਨ ਤੋਂ ਭਾਵ ਹੈ ਇੱਕ ਫੁੱਲ ਫਲੈਜਡ ਟੈਰੀਟਰੀ। ਮਾਈਕਰੋਨੇਸ਼ਨ ਭਾਵ ਲਘੂ ਰਾਸ਼ਟਰ। ਇਹ ਉਹ ਰਾਸ਼ਟਰ ਨੇ ਜਿਨ੍ਹਾਂ ਨੂੰ ਇੰਟਰਨੈਸ਼ਨਲ ਕਮਿਊਨਿਟੀ ਵਿੱਚ ਕੋਈ ਮਾਨਤਾ ਪ੍ਰਾਪਤ ਨਹੀਂ ਹੈ, ਪਰ ਬਾਵਜੂਦ ਇਸ ਦੇ ਇੱਕ ਖੁਦ ਦੇ ਬਣਾਏ ਗਏ ਦੇਸ਼ ਨੇ ਜਿਨ੍ਹਾਂ ਉੱਤੇ ਕਿਸੇ ਵੀ ਦੇਸ਼ ਦੇ ਰੂਲਸ ਲਾਜ਼ ਅਪਲਾਈ ਨਹੀਂ ਹੁੰਦੇ, ਯਾਨੀ ਕਿ ਸਰਵ ਘੋਸ਼ਿਤ ਰਾਸ਼ਟਰ। ਤੁਹਾਡੇ ਹਿਸਾਬ ਨਾਲ ਇੱਕ ਦੇਸ਼ ਦੀ ਜਨਸੰਖਿਆ ਕਿੰਨੀ ਹੋ ਸਕਦੀ ਹੈ? 10,000, 5,000 ਜਾਂ ਹੋਰ ਘਟਾ ਦਈਏ ਤਾਂ 1,000। ਇਹ ਵੀ ਸੁਣਨ ਦੇ ਵਿੱਚ ਬਹੁਤ ਅਜੀਬ ਲੱਗਦਾ ਹੈ, ਪਰ ਲਿਓਨਾਰਡ ਕੈਸਲੇ ਦਾ ਦੇਸ਼ ਪ੍ਰਿੰਸੀਪੈਲਿਟੀ ਆਫ ਹਟ ਰਿਵਰ ਉਹ ਦੇਸ਼ ਹੈ ਜੋ 75 ਸਕੁਆਇਰ ਕਿਲੋਮੀਟਰ ਦੇ ਰਕਬੇ ਵਿੱਚ ਹੈ। ਇਸ ਦੇਸ਼ ਵਿੱਚ 25-30 ਵਿਅਕਤੀ ਰਹਿੰਦੇ ਨੇ ਤੇ ਮਾਤਰ 4-5 ਘਰ ਨੇ। ਪਰ 1969 ਵਿੱਚ ਆਸਟ੍ਰੇਲੀਅਨ ਸਰਕਾਰ ਇੱਕ ਗੇਹੂੰ ਕੋਟਾ ਬਿੱਲ ਪਾਸ ਕਰਦੀ ਹੈ, ਜਿਸ ਦੇ ਤਹਿਤ ਕੋਈ ਕਿਸਾਨ 100 ਏਕੜ ਤੋਂ ਜ਼ਿਆਦਾ ਗੇਹੂੰ ਨਹੀਂ ਵੇਚ ਸਕਦਾ। ਪਰ ਲਿਓਨਾਰਡ ਕੈਸਲੇ 1300 ਏਕੜ ਦੀ ਖੇਤੀ ਕਰਦਾ ਸੀ। ਸਰਕਾਰ ਦਾ ਇਹ ਫੈਸਲਾ ਇਸ ਕਰਕੇ ਸੀ ਕਿਉਂਕਿ ਆਸਟ੍ਰੇਲੀਅਨ ਕੰਟੀਨੈਂਟ ਦੇ ਵਿੱਚ ਗੇਹੂੰ ਯਾਨੀ ਕਿ ਕਣਕ ਭਾਰੀ ਮਾਤਰਾ ਦੇ ਵਿੱਚ ਉਗਾਈ ਜਾਂਦੀ ਸੀ ਤੇ ਅਨਾਜ ਦੀ ਬਹੁਤਾਤ ਹੋਣ ਕਾਰਨ ਹਰ ਸਾਲ ਬਚਿਆ ਅਨਾਜ ਸਮੁੰਦਰ ਵਿੱਚ ਗਿਰਾਉਣਾ ਪੈਂਦਾ ਸੀ। ਹੁਣ ਲਿਓਨਾਰਡ ਕੈਸਲੇ ਵਾਸਤੇ ਇਹ ਇੱਕ ਵੱਡਾ ਮਸਲਾ ਬਣ ਗਿਆ ਕਿਉਂਕਿ ਸਰਕਾਰ ਦੇ ਇਸ ਬਿੱਲ ਕਰਕੇ ਉਸ ਦਾ ਅਨਾਜ ਵੱਡੀ ਗਿਣਤੀ ਵਿੱਚ ਖਰਾਬ ਹੋ ਜਾਣਾ ਸੀ। ਉਸ ਨੇ ਕਾਨੂੰਨ ਦੇ ਦਰਵਾਜ਼ੇ ਖਟਖਟਾਏ, ਕਚਹਿਰੀਆਂ ਦੇ ਚੱਕਰ ਲਗਾਏ, ਪਰ ਬਿੱਲ ਦੀ ਇੱਕ ਪ੍ਰੋਵੀਜ਼ਨ ਇਹ ਵੀ ਸੀ, ਨੋ ਕੰਪਨਸੇਸ਼ਨ, ਨੋ ਅਪੀਲ। ਭਾਵ ਜੇਕਰ ਕਿਸੇ ਵੀ ਕਿਸਾਨ ਨੂੰ ਇਸ ਬਿੱਲ ਤੋਂ ਕੋਈ ਵੀ ਪ੍ਰੋਬਲਮ ਹੈ ਤਾਂ ਉਹ ਸਰਕਾਰ ਤੋਂ ਕੰਪਨਸੇਸ਼ਨ ਡਿਮਾਂਡ ਨਹੀਂ ਕਰ ਸਕਦਾ ਤੇ ਨਾ ਹੀ ਅਪੀਲ ਕੀਤੀ ਜਾ ਸਕਦੀ ਹੈ। उठो ये मंजरे शब देखने के लिए कि नींद ज़रूरी नहीं होती ख्वाब देखने के लिए। ਦੋਸਤੋ, ਸੁਪਨੇ ਲਏ ਨਹੀਂ ਜਾਂਦੇ, ਸੁਪਨੇ ਬੀਜੇ ਜਾਂਦੇ ਨੇ ਔਰ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਸੁਪਨਿਆਂ ਨੂੰ ਸਿਰਜਣਾ ਪੈਂਦਾ ਹੈ। ਜੇਕਰ ਤੁਸੀਂ ਸਾਈਕਲ ਦਾ ਸੁਪਨਾ ਲਓਗੇ ਤੇ ਜਹਾਜ਼ ਕਦੇ ਨਹੀਂ ਲੈ ਸਕਦੇ। ਡਾਕਟਰ APJ ਅਬਦੁਲ ਕਲਾਮ ਅਕਸਰ ਕਹਿੰਦੇ ਹੈ ਕਿ ਤੁਹਾਨੂੰ ਉਹੀ ਮਿਲਦਾ ਹੈ ਜੋ ਬਾਕੀਆਂ ਦੁਆਰਾ ਛੱਡ ਦਿੱਤਾ ਜਾਂਦਾ ਹੈ। ਸੋ ਇਸ ਕਰਕੇ ਬਚਿਆ ਹੋਇਆ ਸਮਾਨ ਜੇਕਰ ਤੁਸੀਂ ਨਹੀਂ ਲੈਣਾ ਚਾਹੁੰਦੇ ਤਾਂ ਇਹ ਤੁਹਾਡੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਆਪਣੀ ਸਲਤਨਤ ਖੁਦ ਰੈਡੀ ਕਰੋ। ਹੁਣ ਕੁਝ ਇਸੇ ਤਰ੍ਹਾਂ ਦੀ ਕੈਫੀਅਤ ਹੋ ਚੁੱਕੀ ਸੀ ਲਿਓਨਾਰਡ ਕੈਸਲੇ ਦੀ, ਜਦੋਂ ਉਸਨੇ ਆਪਣੇ ਆਪ ਨੂੰ ਬੰਨਿਆ ਪਾਇਆ, ਮੁਸੀਬਤ ਦੇ ਵਿੱਚ ਪਾਇਆ ਤੇ ਉਸ ਨੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਦਿਨ ਰਾਤ ਇੱਕ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਆਪ ਨੂੰ ਇਸ ਮੁਸ਼ਕਿਲ ਘੜੀ ਚੋਂ ਬਾਹਰ ਕੱਢਣ ਦੇ ਲਈ ਉਸ ਨੇ ਪਰਸਪਰ ਮਿਹਨਤ ਸ਼ੁਰੂ ਕਰ ਦਿੱਤੀ। ਲਿਓਨਾਰਡ ਕੈਸਲੇ ਕਰਦਾ ਇਹ ਹੈ ਕਿ ਉਹ ਬਹੁਤ ਸਾਰੇ ਦੇਸ਼ਾਂ ਦੇ ਕਾਨੂੰਨ ਪੜ੍ਹਦਾ ਹੈ।
ਔਰ ਫਾਈਨਲੀ ਉਸ ਦੇ ਹੱਥ ਕੁਝ ਇਸ ਕਿਸਮ ਦੇ ਲੂਪ ਹੋਲਸ ਲੱਗ ਜਾਂਦੇ ਹੈ ਤੇ ਉਹ ਸੋਚ ਲੈਂਦਾ ਹੈ ਕਿ ਹੁਣ ਉਹ ਆਪਣਾ ਹੀ ਇੱਕ ਰਾਜ ਸਥਾਪਿਤ ਕਰੇਗਾ, ਆਪਣੀ ਇੱਕ ਨੇਸ਼ਨ, ਇੱਕ ਆਪਣੀ ਸਲਤਨਤ, ਜਿੱਥੇ ਕਿਸੇ ਵੀ ਹੋਰ ਕੰਟਰੀ ਦਾ ਕੋਈ ਵੀ ਰੂਲ ਜਾਂ ਲਾਅ ਅਪਲਾਈ ਨਹੀਂ ਹੁੰਦਾ। ਸੋ ਫਿਰ ਕੀ ਸੀ, ਲਿਓਨਾਰਡ ਕੈਸਲੇ ਆਪਣਾ ਹੀ ਦੇਸ਼ ਡਿਕਲੇਅਰ ਕਰ ਦਿੰਦਾ ਹੈ ਔਰ ਇੰਨਾ ਹੀ ਨਹੀਂ, ਆਪਣੇ ਆਪ ਨੂੰ ਆਪਣੇ ਰਾਜ ਦਾ, ਆਪਣੇ ਸਲਤਨਤ ਦਾ ਰਾਜਾ ਐਲਾਨ ਦਿੰਦਾ ਹੈ ਤੇ ਬਣ ਜਾਂਦਾ ਹੈ ਲਿਓਨਾਰਡ ਕੈਸਲੇ ਤੋਂ ਪ੍ਰਿੰਸ ਲਿਓਨਾਰਡ ਕੈਸਲੇ। ਇੰਨਾ ਹੀ ਨਹੀਂ, ਉਹ ਆਪਣੀ ਵਾਈਫ ਨੂੰ ਤੇ ਆਪਣੇ ਬੱਚਿਆਂ ਨੂੰ ਰਾਜਸੀ ਠਾਠ-ਬਾਠ ਪ੍ਰਦਾਨ ਕਰਦਾ ਹੈ ਨਾ ਕਮਾਲ ਦੀ ਗੱਲ। ਲਿਓਨਾਰਡ ਕੈਸਲੇ ਇੰਟਰਨੈਸ਼ਨਲ ਲਾਅਸ ਪੜ੍ਹ ਕੇ ਜਦੋਂ ਇਹ ਗਿਆਨ ਹਾਸਿਲ ਕਰ ਲੈਂਦੇ ਨੇ ਤੇ ਜਾਣ ਲੈਂਦੇ ਨੇ ਕਿ ਉਹ ਆਪਣੀ ਕੰਟਰੀ ਕਿਸ ਤਰ੍ਹਾਂ ਬਣਾ ਸਕਦੇ ਨੇ ਤੇ ਬਸ ਫਿਰ ਕੀ ਸੀ, ਇੱਕ ਸਵੈ ਘੋਸ਼ਿਤ ਰਾਸ਼ਟਰ ਇੱਕ ਦੇਸ਼ ਦੇ ਰੂਪ ਵਿੱਚ ਤਿਆਰ ਸੀ। ਇਸ ਦੀ ਆਪਣੀ ਕਰੰਸੀ, ਆਪਣੀ ਪੋਸਟ ਕਾਰਡ, ਆਪਣੀ ਸਟੈਂਪਸ, ਫਲੈਗਸ ਤੇ ਹੋਰ ਵੀ ਬਹੁਤ ਕੁਝ ਹੈ। ਇਸ ਕੰਟਰੀ ਦਾ ਆਪਣਾ ਇੱਕ ਨੈਸ਼ਨਲ ਐਂਥਮ ਯਾਨੀ ਕਿ ਰਾਸ਼ਟਰ ਗਾਨ ਵੀ ਹੈ। ਜੀ ਹਾਂ, ਹਟ ਰਿਵਰ ਪ੍ਰੋਵਿੰਸ ਦਾ ਨੈਸ਼ਨਲ ਐਂਥਮ ਕੁਝ ਇਸ ਤਰ੍ਹਾਂ ਹੈ। ਇਹ ਮੁਸ਼ਕਿਲਾਂ ਭਰੀ ਧਰਤੀ ਹੈ, ਸਾਡੀ ਆਪਣੀ ਹੈ, ਪਿਆਰ ਤੇ ਸਿਰਨ ਨਾਲ ਸਿਰਜਿਆ, ਸਵੈ ਭਰੋਸੇ ਨਾਲ ਭਰਿਆ ਸਾਡਾ ਛੋਟਾ ਰਾਸ਼ਟਰ। ਇੱਕ ਵਿਅਕਤੀ ਦਾ ਸੁਪਨਾ ਆਜ਼ਾਦੀ, ਰੱਬ ਨਵਾਜ਼ਿਸ਼ ਰੱਖੇ ਹਟ ਰਿਵਰ ਰਿਆਸਤ ਦੇ ਕੁੰਵਰ ਉੱਤੇ। ਰੱਬ ਉਸ ਉੱਪਰ ਵੀ ਨਵਾਜ਼ਿਸ਼ ਰੱਖੇ ਜਿਸ ਦੇ ਸੁਪਨੇ ਸਾਕਾਰ ਹੋਏ। ਰੱਬ ਉਸ ਧਰਤੀ ਨੂੰ ਨਿਵਾਜ਼ੇ ਜਿਸ ਦੇ ਸੁਪਨੇ ਸੱਚ ਹੋਣ। ਰੱਬ ਉਸ ਧਰਤੀ ਤੇ ਨਿਵਾਜ਼ਿਸ਼ ਰੱਖੇ ਜਿਸ ਦੇ ਸੁਪਨੇ ਸੱਚ ਹੁੰਦੇ ਨੇ। कागज की कश्ती जो पार हो गई तो कहाँ इसमें समंदर की हार हो गई। ਹੁਣ ਇਹ ਅਜੀਬੋ-ਗਰੀਬ ਕਾਰਨਾਮੇ ਨੇ ਯਕੀਨਨ ਦੁਨੀਆ ਭਰ ਨੂੰ ਅਚੰਭਿਤ ਤਾਂ ਕੀਤਾ ਹੀ ਸੀ। ਸੋ ਦੇਸ਼ਾਂ ਵਿਦੇਸ਼ਾਂ ਦੇ ਸੈਲਾਨੀਆਂ ਵਾਸਤੇ ਇਸ ਅਜੀਬੋ-ਗਰੀਬ ਤੇ ਖੂਬਸੂਰਤ ਦੇਸ਼ ਨੂੰ ਦੇਖਣ ਦੀ ਇੱਕ ਖਾਸ ਕਿਸਮ ਦੀ ਖਿੱਚ ਪੈਦਾ ਹੋ ਗਈ ਸੀ। ਹੁਣ ਤੱਕ ਪ੍ਰਿੰਸੀਪੈਲਿਟੀ ਆਫ ਹਟ ਰਿਵਰ ਨਾਮ ਦਾ ਇਹ ਪ੍ਰੋਵਿੰਸ ਇੱਕ ਹੌਟਸਪੌਟ ਬਣ ਚੁੱਕਾ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਥੇ ਜਾਣ ਵਾਸਤੇ ਕੱਚਾ ਰਸਤਾ ਔਰ ਪੂਰੇ ਦੇਸ਼ ਵਿੱਚ ਕੋਈ ਕੈਫੇ ਨਹੀਂ, ਕੋਈ ਰੈਸਟੋਰੈਂਟ ਨਹੀਂ, ਕੋਈ ਹੋਟਲ ਨਹੀਂ, ਯਾਨੀ ਕਿ ਕੋਈ ਵੀ ਸਹੂਲਤ ਨਹੀਂ ਹੈ ਨਾ। ਆਪਣੇ ਆਪ ਦੇ ਵਿੱਚ ਅਜੀਬੋ-ਗਰੀਬ ਗੱਲ। ਆਸਟ੍ਰੇਲੀਆ ਦਾ ਪਾਰਟ ਹੁੰਦੇ ਹੋਇਆਂ ਵੀ ਆਸਟ੍ਰੇਲੀਅਨਸ ਨੇ ਜੇਕਰ ਇਸ ਖਾਸ ਕਿਸਮ ਦੇ ਕੰਟਰੀ ਦੇ ਵਿੱਚ ਐਂਟਰੀ ਲੈਣੀ ਹੈ ਤਾਂ ਉਹਨਾਂ ਨੂੰ ਵੀ ਔਨ ਅਰਾਈਵਲ ਵੀਜ਼ਾ ਦੀ ਜ਼ਰੂਰਤ ਸੀ। ਸੋ ਦੁਨੀਆ ਤੋਂ ਜੋ ਵੀ ਸੈਲਾਨੀ ਆਉਂਦੇ ਸਨ ਉਹ ਕੁਝ ਕੁ ਡਾਲਰਸ ਦੀ ਅਦਾਇਗੀ ਕਰਕੇ ਇਸ ਦੇਸ਼ ਦੇ ਵਿੱਚ ਦਾਖਲ ਹੁੰਦੇ ਸਨ ਅਤੇ ਇਹ ਫਾਈਨਲੀ ਇੱਕ ਹੌਟਸਪੌਟ ਦੀ ਸ਼ਕਲ ਦੇ ਵਿੱਚ ਦੁਨੀਆ ਦੇ ਨਕਸ਼ੇ ਉੱਤੇ ਆਪਣੀ ਖਾਸ ਕਿਸਮ ਦਾ ਨਾਮ ਬਣਾ ਚੁੱਕਾ ਸੀ। ਪ੍ਰਿੰਸ ਲਿਓਨਾਰਡ ਕੈਸਲੇ ਮੁਤਾਬਿਕ ਉਹ ਆਪਣੇ ਨਾਮ ਨਾਲ ਪ੍ਰਿੰਸ ਤਾਂ ਹੀ ਲਗਾਉਂਦੇ ਨੇ ਕਿਉਂਕਿ ਉਹਨਾਂ ਮੁਤਾਬਿਕ ਉਹਨਾਂ ਦਾ ਇਹ ਸਵੈ ਘੋਸ਼ਿਤ ਰਾਸ਼ਟਰ ਇੱਕ ਮੋਨਾਰਕੀ ਹੈ। ਇੱਕ ਹੋਰ ਦਿਲਚਸਪ ਕਹਾਣੀ ਹੈ ਕਿ ਆਸਟ੍ਰੇਲੀਅਨ ਕੰਟਰੀ ਇੰਗਲਿਸ਼ ਲਾਅਸ ਦੇ ਅੰਡਰ ਆਉਂਦਾ ਹੈ, ਭਾਵ ਇੰਗਲੈਂਡ ਦੀ ਕੁਈਨ ਆਸਟ੍ਰੇਲੀਆ ਦੀ ਵੀ ਕੁਈਨ ਹੈ। ਮਸਲਨ ਕੁਈਨ ਦੇ ਅਗੇਂਸਟ ਉਹ ਨਹੀਂ ਸਨ ਜਾਣਾ ਚਾਹੁੰਦੇ, ਇਸ ਕਰਕੇ ਉਹਨਾਂ ਨੇ ਕੁਈਨ ਦੀ ਆਨ ਬਾਨ ਤੇ ਸ਼ਾਨ ਨੂੰ ਸਲਾਮਤ ਰੱਖਦਿਆਂ ਰਿਸਪੈਕਟ ਦੇ ਭਾਵ ਦੇ ਵਿੱਚ ਆਪਣੇ ਨਾਮ ਅੱਗੇ ਕਿੰਗ ਨਹੀਂ ਬਲਕਿ ਪ੍ਰਿੰਸ ਲਗਾਉਣਾ ਮੁਨਾਸਿਬ ਸਮਝਿਆ। ਇੰਨਾ ਹੀ ਨਹੀਂ, ਕੁਈਨ ਨੂੰ ਸੱਦਾ ਵੀ ਦਿੱਤਾ ਗਿਆ ਕਿ ਉਹ ਪ੍ਰਿੰਸੀਪੈਲਿਟੀ ਆਫ ਹਟ ਰਿਵਰ ਦੀ ਵੀ ਕੁਈਨ ਬਣਨ, ਪਰ ਕੁਈਨ ਨੇ ਬਹੁਤ ਹੀ ਹੰਬਲ ਭਾਵ ਦੇ ਨਾਲ ਇਸ ਨੂੰ ਨਕਾਰ ਦਿੱਤਾ। ਪਰ ਬਾਵਜੂਦ ਇਸ ਕੰਟਰੀ ਦੇ ਬਣਾਉਣ ਦੀ ਡੇਟ ਕੁਈਨ ਐਲਿਜ਼ਬੈਥ ਦੇ ਬਰਥਡੇ ਨੂੰ ਰੱਖੀ ਗਈ। ਕੁਈਨ ਐਲਿਜ਼ਬੈਥ ਦੇ ਮਹਿਲ ਤੋਂ ਆਉਂਦੇ ਪੱਤਰਾਂ ਵਿੱਚੋਂ ਇੱਕ ਪੱਤਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਜਿਸ ਵਿੱਚ ਲਿਖਿਆ ਹੈ, ਜਨਾਬ ਰਾਣੀ ਨੇ ਮੈਨੂੰ ਆਪ ਜੀ ਦਾ ਧੰਨਵਾਦ ਕਰਨ ਲਈ ਕਿਹਾ ਹੈ ਆਪ ਜੀ ਦੇ 12 ਮਾਰਚ ਦੇ ਪੱਤਰ ਲਈ, ਜਿਸ ਦੁਆਰਾ ਉਹਨਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਤੁਸੀਂ ਰਾਣੀ ਦੀ 19ਵੀਂ ਜਨਮ ਦਿਨ ਸਮਾਗਮ ਨੂੰ ਸ਼ੁਭਕਾਮਨਾਵਾਂ ਭੇਜੀਆਂ ਸਨ। ਤੁਹਾਡਾ ਸਨੇਹ ਤੇ ਸਤਿਕਾਰ ਸਰਾਇਆ ਗਿਆ। ਇਸ ਦੇ ਬਦਲੇ ਮੈਨੂੰ ਉਹਨਾਂ ਵੱਲੋਂ ਤੁਹਾਨੂੰ ਅਤੇ ਉਹਨਾਂ ਨਾਲ ਸੰਬੰਧਿਤ ਸਾਰੇ ਲੋਕਾਂ ਨੂੰ ਸ਼ੁਭ ਇੱਛਾਵਾਂ ਭੇਜਣ ਨੂੰ ਕਿਹਾ ਗਿਆ, ਜਿਹੜੇ 23 ਤੇ 24 ਅਪ੍ਰੈਲ ਨੂੰ ਹਟ ਨਦੀ ਦੀ ਮਲਕੀਅਤ ਦੇ 46ਵੀਂ ਵਰ੍ਹੇਗੰਢ ਮਨਾ ਰਹੇ ਸਨ। ਰਾਣੀ ਨੂੰ ਆਪ ਜੀ ਦੇ ਡਿੱਗਣ ਦੀ ਖਬਰ ਸੁਣ ਕੇ ਬਹੁਤ ਅਫਸੋਸ ਹੋਇਆ ਤੇ ਉਮੀਦ ਹੈ ਕਿ ਹੁਣ ਤੁਸੀਂ ਇਸ ਦਰਦ ਤੋਂ ਉਭਰ ਚੁੱਕੇ ਹੋਵੋਗੇ। ये महलों
ये तख्तों ये ताजों की दुनिया, ये इंसान के दुश्मन रिवाजों की दुनिया, ये दौलत के भूखे समाजों की दुनिया, ये दुनिया अगर मिल भी जाए तो क्या है। यहाँ एक खिलौना है इंसान की बस्ती, ये बस्ती है मुर्दा परस्तों की बस्ती, जहाँ जीने से मौत है सस्ती, ये दुनिया अगर मिल भी जाए तो क्या है। ਦੋਸਤੋ, ਸਾਹਿਰ ਦਾ ਇੱਕ ਖੂਬਸੂਰਤ ਸ਼ੇਅਰ ਮੈਨੂੰ ਇੱਥੇ ਵੀ ਅਪਲਾਈ ਹੁੰਦਾ ਜਾਪਦਾ ਹੈ। ਸਮੇਂ ਦੀਆਂ ਜ਼ਾਲਮ ਸਰਕਾਰਾਂ ਨੂੰ ਇਹ ਕਦੋਂ ਗਵਾਰਾ ਸੀ, ਉਹ ਤਾਂ ਕਦੋਂ ਦਾ ਇਸ ਖਾਸ ਪ੍ਰੋਵਿੰਸ ਨੂੰ ਆਪਣੇ ਰਾਜ ਦੇ ਵਿੱਚ ਮਿਲਾਉਣ ਵਾਸਤੇ ਤਤਪਰ ਸਨ। ਉਹ ਮੌਕਾ ਭਾਲ ਰਹੀਆਂ ਸਨ ਤੇ ਮੌਕਾ ਮਿਲ ਜਾਂਦਾ ਹੈ, ਔਰ ਇਹ ਮੌਕਾ ਸੀ ਕੋਵਿਡ-19। ਹੁਣ ਜਦੋਂ 93 ਸਾਲ ਦੀ ਇੱਕ ਲੰਬਾ ਅਰਸਾ ਭੁਗਤ ਕੇ ਲਿਓਨਾਰਡ ਕੈਸਲੇ ਯਾਨੀ ਕਿ ਪ੍ਰਿੰਸ ਲਿਓਨਾਰਡ ਕੈਸਲੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਨੇ ਤੇ ਉਹਨਾਂ ਦੀ ਮੌਤ ਦੇ ਮਗਰੋਂ ਮਹਿਜ਼ 18 ਮਹੀਨੇ ਬਾਅਦ ਉਹਨਾਂ ਦਾ ਪਰਿਵਾਰ ਇਹ ਦੇਸ਼ ਵੇਚਣ ਦਾ ਫੈਸਲਾ ਕਰ ਲੈਂਦਾ ਹੈ। ਜੀ ਹਾਂ, ਉਹਨਾਂ ਦਾ ਪੁੱਤਰ ਆਪਣੇ ਪਿਤਾ ਦੁਆਰਾ ਸਿਰਜੇ ਹੋਏ ਸੰਸਾਰ ਨੂੰ, ਸੁਪਨੇ ਨੂੰ ਵੇਚਣ ਦਾ ਫੈਸਲਾ ਕਰ ਲੈਂਦਾ ਹੈ। ਫਰਵਰੀ 2019 ਵਿੱਚ 93 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਪ੍ਰਿੰਸ ਲਿਓਨਾਰਡ ਕੈਸਲੇ ਦਾ। ਆਸਟ੍ਰੇਲੀਅਨ ਸਰਕਾਰ ਵੱਲੋਂ ਇਸ 23 ਲੋਕਾਂ ਦੀ ਪੋਪੂਲੇਸ਼ਨ ਵਾਲੀ ਕੰਟਰੀ ਨੂੰ ਕੋਈ ਵੀ ਫੈਸਿਲਿਟੀ ਨਹੀਂ ਦਿੱਤੀ ਗਈ, ਕੋਈ ਮੈਡੀਕਲ ਫੈਸਿਲਿਟੀ ਨਹੀਂ, ਕੋਈ ਐਜੂਕੇਸ਼ਨਲ ਫੈਸਿਲਿਟੀ ਨਹੀਂ ਤੇ ਕੋਈ ਵੋਟਿੰਗ ਰਾਈਟਸ ਵੀ नहीं। वक्त की पाबंद हैं आती जाती रौनकें, वक्त है फूलों की सेज, वक्त है कांटों का ताज, वक्त की ठोकर पे है क्या हुकूमत क्या समाज। ਦੋਸਤੋ, ਇਹ ਵਕਤ ਹੀ ਤਾਂ ਹੈ ਜੋ ਕੁਛ ਇਸ ਕਿਸਮ ਦਾ ਮਜਾਜ਼ ਰੱਖਦਾ ਹੈ, ਕਦੇ ਰਾਜੇ ਤੋਂ ਰੰਕ ਤੇ ਰੰਕ ਨੂੰ ਰਾਜਾ ਬਣਾ ਦਿੰਦਾ ਹੈ। और किसी ने ये भी तो बड़ा सोना लिखा है कि कौन कहता है कि आसमान में सुराख नहीं हो सकती, ज़रा तबीयत से पत्थर तो उछालो यारो। सो इसी तरह कीता प्रिंस लियोनार्ड कैसले ने अपनी एक अलग सल्तनत बना देनी, एक अलग देश बना देना, एक अपनी टैरिटरी बना देनी ते सैल्फ मेड किंग बन जाना कोई मजाक थोड़ी है। सो उम्मीद करते हैं कि ਅੱਜ ਦਾ ਇਹ ਪ੍ਰੋਗਰਾਮ ਅਨਮਿਊਟ ਵੰਡਰਸ ਤੁਸੀਂ ਜ਼ਰੂਰ ਪਸੰਦ ਕੀਤਾ ਹੋਵੇਗਾ ਤੇ ਇਹ ਬੜੀ ਹੀ ਅਜੀਬੋ ਗਰੀਬ ਦਾਸਤਾਨ ਜੋ ਸੀ ਪ੍ਰਿੰਸੀਪੈਲਿਟੀ ਆਫ ਹਟ ਰਿਵਰ ਦੀ ਤੁਹਾਨੂੰ ਪਸੰਦ ਆਈ ਹੋਵੇਗੀ। ਮੈਨੂੰ ਗੁਰਨੀਤ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦੀ। ਇੱਕ ਵਾਰੀ ਫਿਰ ਤੋਂ ਕਿਸੇ ਹੋਰ ਟੌਪਿਕ ਦੇ ਨਾਲ, ਕਿਸੇ ਹੋਰ ਅੱਛੇ ਵਿਸ਼ੇ ਦੇ ਨਾਲ ਤੁਹਾਡੇ ਨਾਲ ਰੱਖਾਂਗੇ ਸਾਂਝ ਨੂੰ ਬਰਕਰਾਰ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਦਾ ਅਨਮਿਊਟ।